TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ ਘਟਨਾਵਾਂ ਨੂੰ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ। ਭਗਵੰਤ ਮਾਨ ਸਰਕਾਰ ਦੀ ਇੱਕ ਖਾਸ ਰਣਨੀਤੀ ਦਾ ਖੁਲਾਸਾ। ਕੇਂਦਰ ਰਾਜੋਆਣਾ ਦੀ ਪਟੀਸ਼ਨ ਤੇ ਅਪ੍ਰੈਲ ਦੇ ਅਖੀਰ ਤੱਕ ਕਰੇ ਫੈਸਲਾ, ਸੁਪਰੀਮ ਕੋਰਟ ਦਾ ਕਹਿਣਾ। ਸਪੀਕਰ ਕੁਲਤਾਰ ਸੰਧਮਾ ਵਿਵਾਦਾਂ ਵਿੱਚ ਘਿਰੇ, ਅਕਾਲ ਤਖਤ ਤੇ ਕੀਤੀ ਖਿਮਾ ਜਾਚਨਾ। ਪੁਰਾਣੇ ਮੁਆਵਜ਼ਿਆਂ ਵਿੱਚ ਹੋਏ ਘਪਲਿਆਂ ਦੀ ਹੋਵੇਗੀ ਜਾਂਚ, ਮੁੱਖ ਮੰਤਰੀ ਮਾਨ ਨੇ ਆਖਿਆ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਦਾ ਤਬਾਦਲਾ ਕਾਰਨ ਆਏ ਸਾਹਮਣੇ। ਪੈਨਸ਼ਨ ਕੱਟੇ ਜਾਣ ਦਾ ਕਈ ਸਾਬਕਾ ਵਿਧਾਇਕ ਕਰਨ ਲੱਗੇ ਵਿਰੋਧ। ਅਤੇ ਕਾਂਗਰਸ ਦਾ ਨਵਾਂ ਪ੍ਰਧਾਨ ਕੌਣ? ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦਾ ਹਿੱਸਾ ਰਹਿਣਗੀਆਂ। ਇਹਨਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਕੁਝ ਬੇਨਤੀਆਂ ਨੇ। ਇੱਕ ਤਾਂ ਇਹ, ਪ੍ਰੋਗਰਾਮ ਪਹਿਲਾਂ ਦੇਖ ਸੁਣ ਲੈਣਾ, ਜੇਕਰ ਚੰਗਾ ਲੱਗਿਆ ਫਿਰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਿਓ। ਇਹਦੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰਾ, ਆਪਣੇ ਫੇਸਬੁੱਕ ਪੇਜ ਦਾ ਨਾਮ ਹੈ TVN ਕੈਨੇਡਾ। ਫੇਸਬੁੱਕ ਦੀ ਵਰਤੋਂ ਕਰਦੇ ਹੋ ਤਾਂ ਕਿਰਪਾ ਕਰਕੇ ਉਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲਾਂ, ਪੰਜਾਬ ਦੇ ਵਿੱਚ ਸਰਕਾਰ ਬਦਲ ਚੁੱਕੀ ਹੈ। ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸਰਕਾਰ ਬਣ ਚੁੱਕੀ ਹੈ, ਪਰ ਉਹ ਫੈਸਲੇ ਕਿਵੇਂ ਲੈਂਦੇ ਨੇ ਅਤੇ ਉਹਨਾਂ ਦੀ ਜਾਣਕਾਰੀ ਕਿਵੇਂ ਮਿਲਦੀ ਹੈ, ਤੁਸੀਂ ਵੇਖਦੇ ਹੋਵੋਗੇ। ਕੋਈ ਵੀ ਵੱਡਾ ਫੈਸਲਾ ਜਦੋਂ ਮੁੱਖ ਮੰਤਰੀ ਮਾਨ ਲੈਂਦੇ ਆ ਤਾਂ ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਆ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਵੀਡੀਓ ਸੰਦੇਸ਼ ਰਾਹੀਂ ਪੰਜਾਬ ਦੇ ਹਿੱਤ ਵਾਸਤੇ ਜਿਹੜੇ ਫੈਸਲੇ ਲੈਣਗੇ, ਕੈਬਨਿਟ ਅਤੇ ਹੋਰ ਅਹਿਮ ਮੀਟਿੰਗਾਂ ਦੀ ਜਾਣਕਾਰੀ ਜਿਹੜੀ ਦਿਆ ਕਰਨਗੇ, ਉਹ ਸਿਰਫ ਵੀਡੀਓ ਸੰਦੇਸ਼ ਰਾਹੀਂ ਦੇਣਗੇ। ਮੁੱਖ ਮੰਤਰੀ ਦਫ਼ਤਰ, ਜਿਸ ਨੂੰ CMO ਆਖਿਆ ਜਾਂਦਾ ਹੈ, CMO ਦੇ ਵੱਲੋਂ ਇਸ ਦਿਸ਼ਾ ਦੇ ਵਿੱਚ ਕੰਮ ਸ਼ੁਰੂ ਕੀਤਾ ਹੋਇਆ ਹੈ। ਸਕੱਤਰੇਤ ਵਿੱਚ ਮੁੱਖ ਮੰਤਰੀ ਲਈ ਇੱਕ ਸਟੂਡੀਓ ਤਿਆਰ ਕਰ ਦਿੱਤਾ ਗਿਆ ਹੈ, ਜਿੱਥੇ ਮੁੱਖ ਮੰਤਰੀ ਮਾਨ ਇਕੱਲੇ ਬੈਠ ਕੇ ਪੰਜਾਬ ਦੇ ਹਿੱਤ ਵਿੱਚ ਜਾਂ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ਦੀ ਰਿਕਾਰਡਿੰਗ ਕਰਿਆ ਕਰਨਗੇ। ਇਹਦੇ ਤੋਂ ਬਾਅਦ ਉਹ ਸੰਦੇਸ਼ ਮੀਡੀਆ ਰਾਹੀਂ ਜਾਰੀ ਕਰ ਦਿੱਤਾ ਜਾਇਆ ਕਰੇਗਾ। ਸੂਤਰਾਂ ਦਾ ਮੰਨਣਾ ਹੈ ਕਿ ਇਸੇ ਤਰ੍ਹਾਂ ਦੀ ਵਿਵਸਥਾ ਪਹਿਲਾਂ ਪ੍ਰਧਾਨ ਮੰਤਰੀ ਸਕੱਤਰੇਤ ਵਿੱਚ ਵੀ ਹੈ। ਪੰਜਾਬ ਸਕੱਤਰੇਤ ਵਿੱਚ ਬਣੇ ਇਸ ਸਟੂਡੀਓ ਦੇ ਵਿੱਚ ਮੁੱਖ ਮੰਤਰੀ ਕੁਰਸੀ ਤੇ ਬੈਠ ਕੇ ਜਾਂ ਖੜੇ ਹੋ ਕੇ ਆਪਣਾ ਸੰਦੇਸ਼, ਆਪਣਾ ਭਾਸ਼ਣ ਵੱਖ-ਵੱਖ ਭਾਸ਼ਾਵਾਂ ਵਿੱਚ ਰਿਕਾਰਡ ਕਰਵਾ ਕੇ ਤੁਹਾਡੇ ਰੂਬਰੂ ਕਰਿਆ ਕਰਨਗੇ। ਪਰ ਜੇਕਰ ਹੁਣ ਇਹ ਮੰਨੀਏ ਤਾਂ ਹੋ ਸਕਦਾ ਹੈ ਕਿ ਫੈਸਲਾ ਪਾਰਟੀ ਹਾਈ ਕਮਾਂਡ ਦਾ ਹੋਵੇ, ਤਾਂ ਜੋ ਵਿਧਾਇਕਾਂ ਵੱਲੋਂ ਆਮ ਤੌਰ ਤੇ ਤੁਸੀਂ ਵੇਖਿਆ ਕਿ ਕਿਤੇ ਕੋਈ ਵਿਧਾਇਕ ਬਿਆਨ ਦੇ ਜਾਂਦਾ ਹੈ, ਕਿਤੇ ਕੋਈ ਮੰਤਰੀ ਹੋਰ ਵੱਖਰੇ ਤਰ੍ਹਾਂ ਦਾ ਬਿਆਨ ਦੇ ਜਾਂਦਾ ਹੈ। ਬਾਅਦ ਦੇ ਵਿੱਚ ਉਹ ਸਾਰੇ ਵਿਵਾਦਾਂ ਵਿੱਚ ਘਿਰ ਜਾਂਦੇ ਨੇ ਕਿ ਤੁਸੀਂ ਕਹਿੰਦੇ ਹੋ ਜੀ ਆਹ ਕੰਮ ਕਰਨਾ, ਤੁਹਾਡੇ ਮੁੱਖ ਮੰਤਰੀ ਤਾਂ ਆਹ ਗੱਲ ਕਹਿੰਦੇ ਹੈ। ਤਾਂ ਕਿ ਜਿਹੜੇ ਉਹ ਬੇਲੋੜੇ ਸਵਾਲ ਨੇ, ਜਿਹੜੇ ਫਿਰ ਪ੍ਰਸ਼ਾਸਨ ਨੂੰ, ਸ਼ਾਸਨ ਨੂੰ ਦੇਣੇ ਪੈਂਦੇ ਨੇ, ਸਰਕਾਰ ਨੂੰ ਦੇਣੇ ਪੈਂਦੇ ਨੇ, ਇੱਕ ਤਾਂ ਉਹ ਮਹਿਸੂਸ ਕਰਦੇ ਹੋ ਸਕਦੇ ਹੈ ਕਿ ਉਹਨਾਂ ਸਵਾਲਾਂ ਤੋਂ ਬਚਿਆ ਜਾ ਸਕੇ। ਪਰ ਇਹਦੇ ਵਿੱਚ ਦਿਲਚਸਪ ਪਹਿਲੂ ਇਹ ਹੈ ਕਿ ਫਿਰ ਇਹ ਤਾਂ ਭਗਵੰਤ ਮਾਨ ਸਰਕਾਰ ਦੀ ਗੱਲ ਇੱਕ ਤਰਫਾ ਹੋ ਗਈ। ਜੇਕਰ ਪੱਤਰਕਾਰਾਂ ਨੇ ਮੁੱਖ ਮੰਤਰੀ ਤੋਂ ਕਿਸੇ ਫੈਸਲੇ ਦੇ ਸੰਬੰਧੀ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਕਰ ਨਹੀਂ ਸਕਣਗੇ। ਮੀਡੀਆ ਨੂੰ ਸਵਾਲਾਂ ਦਾ ਜਵਾਬ ਦੇਣਗੇ ਨਹੀਂ। ਪੰਜਾਬ ਨੂੰ ਇਸ ਵਕਤ ਮੁੱਖ ਮੰਤਰੀ ਤਾਂ ਮਿਲ ਗਏ ਨੇ, ਉਹ ਸ਼ਾਇਦ ਜਿਸ ਤਰ੍ਹਾਂ ਦਾ ਪੰਜਾਬ ਦੇ ਲੋਕ ਚਾਹੁੰਦੇ ਹੋਣਗੇ, ਕਿਉਂਕਿ ਪੰਜਾਬ ਦੇ ਲੋਕਾਂ ਦਾ ਮੈਂਡੇਟ ਹੈ। ਪਰ ਕੀ ਸੱਚਮੁੱਚ ਪੰਜਾਬ ਦੇ ਲੋਕ ਸਿਰਫ ਸੰਦੇਸ਼ ਚਾਹੁੰਦੇ ਨੇ? ਕਿਉਂਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਹੈਲਪਲਾਈਨ ਨੰਬਰ ਜਾਰੀ ਕੀਤਾ, ਇੱਕ ਵੀਡੀਓ ਸੰਦੇਸ਼। ਪੰਜਾਬ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ 25,000 ਨੌਕਰੀਆਂ, ਇੱਕ ਵੀਡੀਓ ਸੰਦੇਸ਼। ਸਾਬਕਾ ਵਿਧਾਇਕਾਂ ਦੀ ਸਿਰਫ ਇੱਕ ਪੈਨਸ਼ਨ, ਵੀਡੀਓ ਸੰਦੇਸ਼। ਇਹ ਸਾਰੇ ਫੈਸਲਿਆਂ ਦੀ ਜਾਣਕਾਰੀ ਮੁੱਖ ਮੰਤਰੀ ਵੱਲੋਂ ਬਣਾਏ ਗਏ ਸਟੂਡੀਓ ਦੇ ਵਿੱਚ ਰਿਕਾਰਡ ਕਰਕੇ ਮੀਡੀਆ ਤੱਕ ਪੁੱਜਦੀ ਕਰ ਦਿੱਤੀ ਗਈ। ਹਾਲਾਂਕਿ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਦੇ ਨਾਲ ਲੋਕਾਂ ਦੇ ਨਾਲ ਮੀਡੀਆ ਤੋਂ ਦੂਰੀ ਵੱਧ ਸਕਦੀ ਹੈ। ਸਰਕਾਰ ਇੱਕ ਫਾਸੜ ਫਰਮਾਨ ਦੇ ਰਹੀ ਹੈ। ਫੈਸਲੇ ਬਾਰੇ ਜੇਕਰ ਕਿਸੇ ਨੂੰ ਕੋਈ ਜਵਾਬ ਲੈਣਾ ਹੋਵੇ ਜਾਂ ਸਵਾਲ ਕਰਨਾ ਹੋਵੇ ਤਾਂ ਜਵਾਬ ਸਵਾਲ ਵਾਲਾ ਸਿਲਸਿਲਾ ਖਤਮ ਹੋ ਜਾਏਗਾ। ਇਸ ਤਰ੍ਹਾਂ ਦੇ ਦੋਸ਼ ਅਕਸਰ ਲੱਗਦੇ ਆ ਕਿ ਪ੍ਰਧਾਨ ਮੰਤਰੀ ਮਨ ਕੀ ਬਾਤ ਕਰਦੇ ਹੈ। ਕਈ ਲੋਕ ਉਸ ਨੂੰ ਮਨਮਾਨੀ ਬਾਤ ਕਹਿੰਦੇ ਹੈ ਕਿ ਪ੍ਰੈਸ ਕਾਨਫਰੰਸ ਤਾਂ ਕਦੇ ਕਰਦੇ ਨਹੀਂ। ਠੀਕ ਹੈ, ਹਲੇ ਦਿਨ 10-11 ਹੋਏ ਨੇ। ਮਾਨ ਸਾਹਿਬ ਇੱਕ ਦੀ ਬਜਾਏ ਭਾਵੇਂ 10 ਵੀਡੀਓ ਸੰਦੇਸ਼ ਭੇਜਣ, ਜੀ ਸਦਕੇ ਭੇਜਣ, ਪਰ ਉਹ ਸੰਦੇਸ਼ ਤੋਂ ਬਾਅਦ ਪ੍ਰੈਸ ਕਾਨਫਰੰਸ ਤਾਂ ਕਰਨਾ ਬੜਾ ਲਾਜ਼ਮੀ ਹੈ।
ਉਮੀਦ ਹੈ ਕਿ ਜਿਹੜੀ ਗੱਲ ਨੂੰ ਲੈ ਕੇ ਉਹ ਪ੍ਰਧਾਨ ਮੰਤਰੀ ਦੇ ਉੱਤੇ ਸਵਾਲ ਕਰਿਆ ਕਰਦੇ ਸੀ ਕਿਤੇ ਆਪ ਉਹਨਾਂ ਸਵਾਲਾਂ ਵਿੱਚ ਨਾ ਘਿਰ ਜਾਣ। ਆਉਣ ਵਾਲੇ ਸਮੇਂ ਵਿੱਚ ਵੇਖਦੇ ਹਾਂ ਕਿ ਵੀਡੀਓ ਸੰਦੇਸ਼ ਤਾਂ ਜਾਰੀ ਭਾਵੇਂ ਰੋਜ਼ ਹੋਣ, ਕੋਈ ਇਤਰਾਜ਼ ਨਹੀਂ, ਪਰ ਪ੍ਰੈਸ ਕਾਨਫਰੰਸ ਵਾਲਾ ਸਵਾਲਾਂ ਜਵਾਬਾਂ ਦਾ ਸਿਲਸਿਲਾ ਨਹੀਂ ਟੁੱਟਣਾ ਚਾਹੀਦਾ। ਵੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਹੁੰਦਾ ਹੈ। ਤੇ ਅਗਲੀ ਖਬਰ ਸੱਚਮੁੱਚ ਇੱਕ ਵੱਡੀ ਖਬਰ ਹੈ। ਕੇਂਦਰ ਸਰਕਾਰ ਨੂੰ ਇੱਕ ਹਦਾਇਤ ਜਾਰੀ ਕੀਤੀ ਹੈ ਸੁਪਰੀਮ ਕੋਰਟ ਨੇ। ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤੇ ਹੈ ਕਿ ਉਹ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਕਿਉਂਕਿ ਜੇਲ੍ਹ ਦੇ ਵਿੱਚ ਬੈਠੇ ਹੈ, ਉਹਨਾਂ ਨੂੰ ਮੁਆਫੀ ਦੇਣੀ ਹੈ ਜਾਂ ਨਹੀਂ ਦੇਣੀ, ਇਸ ਮਸਲੇ ਦੇ ਉੱਤੇ ਤੁਰੰਤ ਫੈਸਲਾ ਕਰੇ, ਇਸ ਫੈਸਲੇ ਤੇ ਕਾਰਵਾਈ ਪਾਵੇ। ਸੁਪਰੀਮ ਕੋਰਟ ਦੇ ਵਿੱਚ ਦਰਅਸਲ ਇੱਕ ਪਟੀਸ਼ਨ ਦਾਇਰ ਕੀਤੀ ਗਈ ਆ, ਉਹਦੇ ਉੱਤੇ ਉਹਨਾਂ ਨੇ ਸੁਣਵਾਈ ਕੀਤੀ ਹੈ। ਮਾਨਯੋਗ ਜੱਜ ਸਾਹਿਬਾਨਾਂ ਨੇ 3 ਜੱਜਾਂ ਦਾ ਬੈਂਚ ਸੀ, ਉਹਨਾਂ ਨੇ ਕੇਂਦਰੀ ਗ੍ਰਹਿ ਸਕੱਤਰ ਅਤੇ ਡਾਇਰੈਕਟਰ CBI ਨੂੰ ਨਿਰਦੇਸ਼ ਦਿੱਤੇ ਨੇ ਕਿ ਜੇਕਰ ਕੇਂਦਰ ਸਰਕਾਰ ਫੈਸਲਾ ਲੈਣ ਵਿੱਚ ਨਾਕਾਮ ਸਾਬਤ ਹੁੰਦੀ ਹੈ ਤਾਂ ਉਹ ਸੁਣਵਾਈ ਦੀ ਅਗਲੀ ਤਾਰੀਖ ਭਾਵ 2 ਮਈ ਨੂੰ ਅਦਾਲਤ ਵਿੱਚ ਫਿਰ ਹਾਜ਼ਰ ਰਹਿਣ ਤੇ ਫਿਰ ਅਦਾਲਤ ਕੋਈ ਫੈਸਲਾ ਸੁਣਾ ਸਕਦੀ ਹੈ। ਬੈਂਚ ਨੇ ਆਪਣੇ ਆਦੇਸ਼ ਦੇ ਵਿੱਚ ਕਿਹਾ ਕਿ ਕੇਂਦਰ ਨੂੰ ਐਕਸ਼ਨ ਟੇਕਨ ਰਿਪੋਰਟ ਤੇ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਮੁਆਫ ਕਰਨ ਦੇ ਫੈਸਲੇ ਤੇ ਰਿਪੋਰਟ ਨੂੰ 30 ਅਪ੍ਰੈਲ ਤੱਕ ਜਾਂ 30 ਅਪ੍ਰੈਲ ਤੋਂ ਪਹਿਲਾਂ ਸੁਪਰੀਮ ਕੋਰਟ ਵਿੱਚ ਦਾਖਲ ਕਰਨਾ ਪਵੇਗਾ, ਭਾਵ ਆਖਰੀ ਤਾਰੀਖ 30 ਅਪ੍ਰੈਲ ਹੈ। 30 ਅਪ੍ਰੈਲ ਤੋਂ ਪਹਿਲਾਂ ਉਹ ਅਦਾਲਤ ਵਿੱਚ ਆਪਣੀ ਰਿਪੋਰਟ ਦੇਣ। ਅਦਾਲਤ ਦੇ ਵੱਲੋਂ ਜਾਰੀ ਪਿਛਲੇ ਸੰਦੇਸ਼ ਦਾ ਜ਼ਿਕਰ ਵੀ ਕੀਤਾ ਗਿਆ। ਉਸ ਆਦੇਸ਼ ਦਾ ਜ਼ਿਕਰ ਕਰਦੇ ਹੋਏ ਬੈਂਚ ਨੇ ਕਿਹਾ ਕਿ ਉਹਨਾਂ ਨੇ ਕਿਹਾ ਸੀ ਕਿ ਕੇਂਦਰ ਅਤੇ CBI ਦੇ ਅਧਿਕਾਰੀਆਂ ਨੂੰ ਇਸ ਮਾਮਲੇ ਤੇ ਤੁਰੰਤ ਅਧਿਐਨ ਕਰਨਾ ਚਾਹੀਦਾ ਹੈ। ਆਪਣੇ ਆਦੇਸ਼ ਦੇ ਵਿੱਚ ਮਾਨਯੋਗ ਅਦਾਲਤ ਨੇ ਕਿਹਾ ਕਿ 1995 ਦੇ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਹੋਈ। ਹੱਤਿਆ ਦੇ ਮਾਮਲੇ ਵਿੱਚ ਰਾਜੋਆਣਾ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸਹਿ ਮੁਲਜ਼ਮ ਉਹਨਾਂ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 302, 307 ਅਤੇ 120B ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਦੀ ਸੁਣਵਾਈ ਕਰਦੇ ਹੋਏ ਹੇਠਲੀ ਅਦਾਲਤ ਨੇ ਰਾਜੋਆਣਾ ਅਤੇ ਜਗਤਾਰ ਸਿੰਘ ਹਵਾਰਾ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ। ਮਾਨਯੋਗ ਅਦਾਲਤ ਨੇ ਕਿਹਾ ਕਿ ਧਿਆਨ ਦੇਣ ਦੀ ਗੱਲ ਹੈ ਕਿ ਰਾਜੋਆਣਾ ਨੇ ਨਾ ਤਾਂ ਮੌਤ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਅਤੇ ਨਾ ਹੀ ਇਸ ਫੈਸਲੇ ਦੇ ਖਿਲਾਫ ਕੋਈ ਅਪੀਲ ਕੀਤੀ। ਹਾਈ ਕੋਰਟ ਨੇ ਹਵਾਰਾ ਦੀ ਅਪੀਲ ਤੇ ਸੁਣਵਾਈ ਕਰਦੇ ਹੋਏ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖ ਲਿਆ ਸੀ। ਜਿੱਥੋਂ ਤੱਕ ਹਵਾਰਾ ਦਾ ਸਬੰਧ ਹੈ, ਉਸ ਵੱਲੋਂ ਦਾਇਰ ਕੀਤੀ ਗਈ ਅਪਰਾਧਕ ਅਪੀਲ ਅਤੇ ਹੋਰਨਾਂ ਜੁੜੇ ਹੋਏ ਮਾਮਲਿਆਂ ਦੇ ਨਾਲ ਅਦਾਲਤ ਵਿੱਚ ਉਹ ਵਿਚਾਰ ਅਧੀਨ ਨੇ। ਬੈਂਚ ਨੇ ਕਿਹਾ ਕਿ ਇਸ ਕੇਸ ਦੇ ਦੌਰਾਨ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ 27 ਸਤੰਬਰ 2019 ਨੂੰ ਪੰਜਾਬ, ਗੁਜਰਾਤ, ਹਰਿਆਣਾ, ਕਰਨਾਟਕ ਅਤੇ ਦਿੱਲੀ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਲਿਖੀ ਸੀ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਵਿੱਚ ਕੈਦੀਆਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਨੇ। ਵਿਸ਼ੇਸ਼ ਰਿਆਇਤ ਦਿੰਦੇ ਹੋਏ ਉਹਨਾਂ ਦੀ ਰਿਹਾਈ ਕਰ ਦਿੱਤੀ ਜਾਵੇ। ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਗਈ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ। ਇਹ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਰਾਜੋਆਣਾ ਦੀ ਮੌਤ ਦੀ ਸਜ਼ਾ ਤੇ ਰਾਸ਼ਟਰਪਤੀ ਨੂੰ ਤਜਵੀਜ਼ ਭੇਜਣ ਵਿੱਚ ਦੇਰੀ ਕਰਨ ਤੇ ਵੀ ਸਵਾਲ ਕੀਤੇ ਸੀ। ਅਦਾਲਤ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਦੱਸੇ ਕਿ ਸੰਵਿਧਾਨ ਦੀ ਧਾਰਾ 72 ਦੇ ਤਹਿਤ ਉਹ ਰਾਸ਼ਟਰਪਤੀ ਨੂੰ ਕਦੋਂ ਤਜਵੀਜ਼ ਭੇਜੂ। ਦੱਸਣਾ ਬਣਦਾ ਕਿ ਜਿਹੜੀ ਇਹ ਧਾਰਾ 72 ਹੈ, ਇਹਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਨੂੰ ਕੁਝ ਕੇਸਾਂ ਦੇ ਵਿੱਚ ਮੁਆਫੀ ਦੇਣ, ਸਜ਼ਾ ਮੁਅੱਤਲ ਕਰਨ, ਸਜ਼ਾ ਘਟਾਉਣ ਦੇ ਅਧਿਕਾਰ ਮਿਲੇ ਹੋਏ ਨੇ। ਹੁਣ ਵੇਖਦੇ ਹਾਂ ਕਿ ਨਿਰਦੇਸ਼ ਤਾਂ ਦੇ ਦਿੱਤੇ ਗਏ ਨੇ ਕਿ ਭਾਈ 30 ਅਪ੍ਰੈਲ ਤੋਂ ਪਹਿਲਾਂ ਫੈਸਲਾ ਕਰੋ ਕਿ ਉਹਨਾਂ ਦੀ ਸਜ਼ਾ ਦੇ ਉੱਤੇ ਕੀ ਤੁਹਾਡਾ ਪ੍ਰਤੀਕਿਰਿਆ, ਕੀ ਪ੍ਰਤੀਕਰਮ ਹੈ, ਕੀ ਕਰਨਾ ਚਾਹੁੰਦੇ ਹੋ। ਵੇਖਦੇ ਹਾਂ ਕਿ 30 ਅਪ੍ਰੈਲ ਤੱਕ ਉਹ ਕੋਈ ਰਿਪੋਰਟ ਆਪਣੀ ਦਾਇਰ ਕਰਦੇ ਨੇ ਜਾਂ ਫਿਰ ਆਖ ਦਿੱਤਾ ਕਿ 2 ਮਈ ਨੂੰ ਅਦਾਲਤ ਦੇ ਵਿੱਚ ਆਇਓ। ਫਿਰ ਵੇਖਦੇ ਹਾਂ ਕਿ 2 ਮਈ ਨੂੰ ਅਦਾਲਤ ਦੇ ਵਿੱਚ ਪੇਸ਼ ਹੁੰਦੇ ਨੇ ਜਾਂ ਉਹਦੇ ਤੋਂ ਪਹਿਲਾਂ ਕੇਂਦਰ ਸਰਕਾਰ ਕੋਈ ਫੈਸਲਾ ਲੈ ਲੈਂਦੀ ਹੈ। ਹੁਣ ਤੁਸੀਂ ਦੇਖੋ ਕਿ ਕੇਂਦਰ ਸਰਕਾਰ ਨੂੰ ਆਖਿਆ ਗਿਆ ਹੈ ਕਿ ਫੈਸਲਾ ਤੁਸੀਂ ਕਰਨਾ ਹੈ, ਪਰ ਹੁਣ ਕੀ ਕੇਂਦਰ ਸਰਕਾਰ ਫੈਸਲਾ ਲੈਂਦੀ ਹੈ? ਪਰ ਚੋਣਾਂ ਵੇਲੇ ਤੁਹਾਨੂੰ ਪਤਾ ਬੜੇ ਮੁੱਦੇ ਉੱਠੇ ਸੀ ਕਿ ਫਲਾਣੇ ਨੂੰ ਰਿਹਾ ਨਹੀਂ ਕਰਦਾ, ਧਮਕੀ ਨੂੰ ਰਿਹਾ ਨਹੀਂ ਕਰਦਾ। ਆ ਵੇਖਦੇ ਹਾਂ ਕਿ ਹੁਣ ਉਹ ਫੈਸਲਾ ਕੀ ਲੈਂਦੇ ਹੈ। ਅਗਲੀ ਇੱਕ ਵੀਡੀਓ ਦਾ ਵਿਵਾਦ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਸੀ, ਕੋਈ ਕੱਟੇ ਦਾਨ ਕਰ ਰਿਹਾ ਸੀ। ਕੱਟਿਆਂ ਵਾਲੇ ਸਰਦਾਰ ਕਿਸੇ ਪਾਸੇ ਪੰਜਾਬ ਦੇ ਉਸ ਵਕਤ ਦੇ ਮੁੱਖ ਮੰਤਰੀ ਗਊਆਂ ਨੂੰ ਪੇੜੀਆਂ ਖਵਾ ਰਹੇ ਸੀ। ਆਪਾਂ ਉਹਨਾਂ ਦਿਨਾਂ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜੇਕਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਲਾਰਿਆਂ 'ਚ ਨਾ ਤਬਦੀਲ ਕਰਦੇ, ਭਾਵ ਲੋਕਾਂ ਦੀ ਗੱਲ ਸੁਣ ਲੈਂਦੇ, ਵਾਅਦਿਆਂ ਤੇ ਖਰੇ ਉਤਰਦੇ ਤਾਂ ਕੱਟੇਦਾਨ ਕਰਨ ਦੀ ਲੋੜ ਨਹੀਂ ਸੀ ਪੈਣੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਨਾ ਉਹ ਅਖਵਾਉਂਦੇ। ਫਿਰ ਚਰਨਜੀਤ ਸਿੰਘ ਚੰਨੀ ਹੋਣਾ ਦਾ ਸੂਤ ਬਣਾਉਂਦਾ। ਫਿਰ ਇਹੀ ਗੱਲ ਆਪਾਂ ਉਧਰ ਵੀ ਆਖੀ ਸੀ ਕਿ 111 ਦਿਨਾਂ ਦੇ ਵਿੱਚ ਜੇਕਰ ਸੁਹਿਰਦਤਾ ਦੇ ਨਾਲ ਪੰਜਾਬ ਅਤੇ ਪੰਜਾਬੀਅਤ ਦੇ ਬਾਰੇ ਕੁਝ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਉਹ ਸਾਬਕਾ ਮੁੱਖ ਮੰਤਰੀ ਨਾ ਹੁੰਦੇ। ਪਰ ਉਸੇ ਹੀ ਕਤਾਰ ਦੇ ਵਿੱਚ ਜਾ ਕੇ ਖੜ ਗਏ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ। ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਵੀ ਵਿਵਾਦਾਂ ਵਿੱਚ ਘਿਰ ਗਏ, ਜਿਸ ਤੋਂ ਬਾਅਦ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਇੱਕ ਪੱਤਰ ਲਿਖਿਆ ਅਤੇ ਉਸ ਚਿੱਠੀ ਪੱਤਰ ਦੇ ਵਿੱਚ ਉਹਨਾਂ ਨੇ ਗਲਤੀ ਦੀ ਖਿਮਾ ਜਾਂਚਨਾ ਕੀਤੀ ਹੈ। ਉਹਨਾਂ ਚਿੱਠੀ ਦੇ ਵਿੱਚ ਲਿਖਿਆ ਕਿ ਅਸਲ ਦੇ ਵਿੱਚ ਉਹਨਾਂ ਨੂੰ ਇੱਕ ਸੱਦਾ ਮਿਲਿਆ ਸੀ, ਉਸ ਸੱਦੇ ਦੇ ਉੱਤੇ ਉਹ ਗਊਸ਼ਾਲਾ ਵਿੱਚ ਪਹੁੰਚੇ ਸੀ। ਗਊਸ਼ਾਲਾ ਦੇ ਵਿੱਚ ਪੂਜਾ ਚੱਲ ਰਹੀ ਸੀ ਅਤੇ ਪੂਜਾ ਦੇ ਦੌਰਾਨ ਪੁਜਾਰੀ ਨੇ ਇੱਕ ਗਊ ਦੀ ਪੂਛ ਫੜ ਕੇ ਉਹਨਾਂ ਦੀ ਦਸਤਾਰ ਦੇ ਨਾਲ ਛੁਹਾਈ। ਵੀਡੀਓ ਸ਼ਾਇਦ ਤੁਸੀਂ ਵੇਖ ਵੀ ਲਈ ਹੋਵੇ। ਕੁਲਤਾਰ ਸਿੰਘ ਸੰਧਵਾਂ ਨੇ ਚਿੱਠੀ ਵਿੱਚ ਲਿਖਿਆ ਕਿ ਜਾਣੇ ਅਣਜਾਣੇ ਦੇ ਵਿੱਚ ਇਹ ਗਲਤੀ ਹੋ ਗਈ ਹੈ, ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਇਸ ਲਈ ਖਿਮਾ ਜਾਚਨਾ ਕਰਦੇ ਹਾਂ। ਖਿਮਾ ਜਾਚਨਾ ਲਈ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਅਰਦਾਸ ਵੀ ਕੀਤੀ। ਪਰ ਹੁਣ ਤੁਸੀਂ ਇਹ ਦੇਖੋ ਕਿ ਠੀਕ ਹੈ, ਕੋਈ ਗਊ ਨੂੰ ਮਾਂ ਮੰਨ ਸਕਦਾ, ਕੋਈ ਦੇਵੀ ਨੂੰ, ਕਿਸੇ ਨੂੰ ਦੇਵਤੇ ਨੂੰ, ਕੋਈ ਗੁਰੂ ਸਾਹਿਬ ਨੂੰ, ਕੋਈ ਕਿਤੇ ਵੀ ਆਪਣੀ ਇਸ਼ਟ ਦੇ ਮੁਤਾਬਕ ਉਹ ਪੂਜਾ ਕਰ ਸਕਦਾ ਹੈ। ਪਰ ਸੱਚਮੁੱਚ ਜਦੋਂ ਇਸ ਤਰ੍ਹਾਂ ਦੇ ਵੀਡੀਓ ਆਉਂਦੇ ਨੇ ਉਹਨਾਂ ਦੇ ਉੱਤੇ ਵਿਵਾਦ ਬਹੁਤ ਉੱਠਦਾ ਹੈ। ਬੀਤੇ ਸਮੇਂ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸੀ, ਉਹ ਕਿਸੇ ਮੰਦਿਰ ਵਿੱਚ ਚਲੇ ਜਾਂਦੇ ਸੀ, ਉਹਨਾਂ ਦੇ ਟਿੱਕਾ ਲੱਗ ਜਾਂਦਾ ਸੀ ਤੇ ਲੋਕ ਵਿਵਾਦ ਖੜਾ ਕਰਦੇ ਸੀ ਕਿ ਤਾਂ ਸਿੱਖ ਆਗੂ ਨੇ। ਮੈਂ ਉਦੋਂ ਵੀ ਕਹਿੰਦਾ ਰਿਹਾ ਕਿ ਉਹ ਸਿੱਖ ਨੇ, ਧਰਮ ਉਹਨਾਂ ਦਾ ਸਿੱਖੀ ਹੈ, ਪਰ ਉਹ ਮੁੱਖ ਮੰਤਰੀ ਸਾਰੇ ਪੰਜਾਬ ਦੇ ਨੇ। ਉਹਨਾਂ ਨੂੰ ਮੰਦਿਰ 'ਚ ਵੀ ਜਾਣਾ ਪਊ, ਉਹਨਾਂ ਨੂੰ ਮਸਜਿਦ 'ਚੋਂ ਸੱਦਾ ਮਿਲਦਾ, ਮਸਜਿਦ 'ਚ ਵੀ ਜਾਣਾ ਪਊ। ਪਰ ਜੇ ਉੱਥੇ ਟਿੱਕਾ ਲਾ ਦਿੱਤਾ ਤਾਂ ਫਿਰ ਇੱਧਰਲੇ ਪਾਸੇ ਮੈਂ ਨਾਲ ਉਦਾਹਰਣ ਵੀ ਦਿੰਦਾ ਹੁੰਦਾ ਸੀ ਕਿ ਤੁਸੀਂ ਦੇਖੋ ਕਿ ਸਰੀ ਦੇ ਵਿੱਚ ਹੀ ਮੰਨ ਲਓ ਕਿ ਨਗਰ ਕੀਰਤਨ ਨਿਕਲਦੇ ਨੇ ਹਰ ਸਾਲ ਵਿਸਾਖੀ ਨੂੰ, ਉੱਥੇ ਗੋਰੇ ਗੋਰੀਆਂ ਦਸਤਾਰਾਂ ਸਜਾ ਕੇ ਆਉਂਦੇ, ਬੜੇ ਸਾਨੂੰ ਚੰਗੇ ਲੱਗਦੇ ਆ। ਗੋਰੇ ਗੋਰੀਆਂ ਪੰਜਾਬੀ ਸੂਟ ਜਾਂ ਕੁੜਤੇ ਪਜਾਮੇ ਪਾ ਕੇ ਆਉਂਦੇ, ਸਾਨੂੰ ਬੜੇ ਚੰਗੇ ਲੱਗਦੇ ਆ। ਪਰ ਜੇ ਸਾਡੇ ਵਾਲਾ ਕੋਈ ਚਲਾ ਜਾਵੇ ਤਾਂ ਸਾਨੂੰ ਬੁਰਾ ਲੱਗਦਾ ਹੈ। ਅਗਲੀ ਜਿਹੜੀ ਖਬਰ ਹੈ, ਪੁਰਾਣੇ ਮੁਆਵਜ਼ਿਆਂ ਦੇ ਉੱਤੇ, ਬੀਜਾਂ ਦੇ ਉੱਤੇ, ਕੀਟਨਾਸ਼ਕਾਂ ਦੇ ਉੱਤੇ ਜਿਹੜੇ ਘਪਲੇ ਹੋਏ ਨੇ, ਮੁੱਖ ਮੰਤਰੀ ਕਹਿੰਦੇ ਜਾਂਚ ਕਰਾਂਗੇ। ਤੁਹਾਨੂੰ ਯਾਦ ਹੋਣਾ ਕਿ ਗੁਲਾਬੀ ਸੁੰਡੀ ਨੇ ਕਿਸਾਨ ਵੀ ਅਤੇ ਨਰਮਾ ਕਪਾਹ ਵੀ ਤਬਾਹ ਕਰਕੇ ਰੱਖ ਦਿੱਤੇ ਸੀ। ਕੁਦਰਤੀ ਆਫਤਾਂ ਵੀ ਫਸਲਾਂ ਦੀ ਬਰਬਾਦੀ ਕਰਦੀਆਂ ਨੇ, ਕਿਸਾਨੀ ਨੂੰ ਝੰਬ ਦਿੰਦੀਆਂ ਨੇ। ਆਰਥਿਕ ਤੌਰ ਦੇ ਉੱਤੇ ਸੱਚਮੁੱਚ ਕਿਸਾਨੀ ਝੰਬੀ ਪਈ ਹੈ, ਜਿਸ ਕਰਕੇ ਕਿਸਾਨ ਸੱਚਮੁੱਚ ਖੁਦਕੁਸ਼ੀਆਂ ਦੇ ਰਾਹ ਤੁਰ ਪੈਂਦਾ ਕਈ ਵਾਰੀ। ਪਰ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ। ਕੱਲ ਮਾਨਸਾ ਦੇ ਵਿੱਚ ਭਗਵੰਤ ਮਾਨ ਪਹੁੰਚੇ ਸੀ। ਉਹਨਾਂ ਨੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇ ਕੇ ਇਹ ਆਖਿਆ ਕਿ ਗਿਰਦਾਵਰੀ ਵਾਲਾ ਕੰਮ ਬਾਅਦ 'ਚ ਕਰਿਆ ਕਰਾਂਗੇ, ਪਹਿਲਾਂ ਤੁਹਾਨੂੰ ਮੁਆਵਜ਼ਾ ਤੁਹਾਡੇ ਘਰ ਦਾ ਚੁੱਲ੍ਹਾ ਬਲਦਾ ਰਹੇ ਇਹ ਦਿਆ ਕਰਾਂਗੇ। ਸੱਚਮੁੱਚ ਕਿਸਾਨੀ ਵਾਸਤੇ ਇਹ ਵੱਡਾ ਐਲਾਨ ਸੀ। ਜੇਕਰ ਇਹ ਸੱਚਮੁੱਚ ਉਹਨਾਂ ਨੇ ਇੰਨ ਬਿੰਨ ਪੂਰਾ ਕੀਤਾ ਤਾਂ। ਨਾਲ ਹੀ ਉਹਨਾਂ ਨੇ ਜਿਹੜੀਆਂ ਕੁਝ ਕੁ ਗੱਲਾਂ ਹੋਰ ਕੀਤੀਆਂ ਨੇ ਕਿ ਖੇਤੀਬਾੜੀ ਨੂੰ ਇੱਕ ਲਾਹੇਵੰਦ ਧੰਦਾ ਬਣਾਵਾਂਗੇ ਅਤੇ ਸਰਕਾਰ ਵੱਖੋ-ਵੱਖ ਯੂਨੀਵਰਸਿਟੀ ਦੇ ਮਾਹਿਰਾਂ ਦੇ ਨਾਲ ਸਲਾਹ ਮਸ਼ਵਰਾ ਕਰ ਰਹੀ ਹੈ ਤਾਂ ਜੋ ਨਵੀਆਂ ਤਕਨੀਕਾਂ ਲਿਆਂਦੀਆਂ ਜਾ ਸਕਣ, ਕਿਸਾਨੀ ਨੂੰ ਮੁਆਫੇ ਵਾਲਾ ਧੰਦਾ ਬਣਾਇਆ ਜਾ ਸਕੇ, ਚੰਗੀਆਂ ਫਸਲਾਂ ਬੀਜਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਹਨਾਂ ਇਹ ਵੀ ਆਖਿਆ ਕਿ ਉਹਨਾਂ ਦੀ ਸਰਕਾਰ ਖੇਤੀਬਾੜੀ ਯੂਨੀਵਰਸਿਟੀ ਨੂੰ ਬਿਹਤਰ ਬੀਜ ਅਤੇ ਹੋਰ ਖੋਜਾਂ ਦੇ ਵਾਸਤੇ ਢੁਕਵਾਂ ਬਜਟ ਵੀ ਦੇਊ ਅਤੇ ਖੇਤੀ ਨੂੰ ਤਰਜੀਹ ਦਿੱਤੀ ਜਾਊ। ਉਹਨਾਂ ਇਹ ਵੀ ਆਖਿਆ ਕਿ ਘਟੀਆ ਬੀਜ ਅਤੇ ਕੀਟਨਾਸ਼ਕਾਂ ਦੀ ਮੁਕੰਮਲ ਜਾਂਚ ਕਰਵਾਵਾਂਗੇ, ਉਹਨਾਂ ਦੀ ਜ਼ਿੰਮੇਵਾਰੀ ਵੀ ਤੈਅ ਕਰਾਂਗੇ ਅਤੇ ਦੋਸ਼ੀਆਂ ਦੇ ਖਿਲਾਫ ਢੁਕਵੀਂ ਕਾਰਵਾਈ ਵੀ ਹੋਊ। ਉਹਨਾਂ ਇਹ ਵੀ ਆਖਿਆ ਕਿ ਗੁਲਾਬੀ ਸੁੰਡੀ ਦੇ ਕਾਰਨ ਜਿਹੜਾ ਨੁਕਸਾਨ ਹੋਇਆ ਉਹ 'ਚ ਘਟੀਆ ਬੀਜ ਵੀ ਜ਼ਿੰਮੇਵਾਰ ਨੇ, ਘਟੀਆ ਕੀਟਨਾਸ਼ਕ ਭਾਵ ਸਪਰੇਹਾਂ ਵੀ ਜ਼ਿੰਮੇਵਾਰ ਨੇ ਅਤੇ ਨਾਲ ਜਿਹੜੀ ਅਗਲੀ ਗੱਲ ਕਹੀ ਉਹ ਸਭ ਤੋਂ ਮਹੱਤਵਪੂਰਨ ਹੈ। ਉਹ ਕਹਿੰਦੇ ਸਮੇਂ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ। ਉਹ ਕਹਿੰਦੇ ਜੇਕਰ ਕਿਸਾਨਾਂ ਨੂੰ ਸਮੇਂ ਸਿਰ ਮਿਆਰੀ ਬੀਜ ਦਿੱਤੇ ਜਾਂਦੇ, ਅਸਲੀ ਕੀਟਨਾਸ਼ਕ ਮੁਹੱਈਆ ਹੁੰਦੇ ਤਾਂ ਅੱਜ ਕਿਸਾਨ ਪਰਿਵਾਰ ਮੰਦਹਾਲੀ ਦੇ ਦੌਰ ਵਿੱਚ ਨਾ ਗੁਜ਼ਰ ਰਿਹਾ ਹੁੰਦਾ। ਕਿਸਾਨਾਂ ਦਾ ਸ਼ੋਸ਼ਣ ਘਟੀਆ ਬੀਜਾਂ ਨਾਲ ਵੀ ਹੋਇਆ, ਘਟੀਆ ਕਿਸਮ ਦੀਆਂ ਦਵਾਈਆਂ ਨਾਲ ਵੀ ਹੋਇਆ। ਇਹਦੇ ਨਾਲ ਫਸਲਾਂ ਦਾ ਤਾਂ ਨੁਕਸਾਨ ਹੋਇਆ ਹੀ ਹੈ। ਉਹਦੇ ਤੋਂ ਬਾਅਦ ਸਰਕਾਰਾਂ ਨੇ ਕਹਿੰਦੇ ਕੁਝ ਮਜ਼ਾਕ ਕੀਤੇ ਨੇ ਨਾ ਮਾਤਰ ਮੁਆਵਜ਼ੇ ਦੇ ਕੇ, ਕਿਸ ਨੂੰ 48 ਰੁਪਈਏ, ਕਿਸ ਨੂੰ 52 ਰੁਪਈਏ, ਕਿਸੇ ਨੂੰ 5 ਰੁਪਏ ਦਾ ਮੁਆਵਜ਼ੇ ਵਾਲਾ ਚੈੱਕ ਜਾਂਦਾ ਰਿਹਾ। ਕੁਝ ਮਜ਼ਾਕ ਸੀ।
ਉਹਨਾਂ ਇੱਥੋਂ ਤੱਕ ਆਖਿਆ ਕਿ ਲੋਕਾਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਸਮੇਂ ਦੀਆਂ ਸਰਕਾਰਾਂ ਨੇ ਭਿਖਾਰੀ ਬਣਾ ਕੇ ਰੱਖ ਦਿੱਤਾ। ਸੱਚਮੁੱਚ ਜਿਹੜੀਆਂ ਗੱਲਾਂ ਕੀਤੀਆਂ ਲੋਕਾਂ ਨੂੰ ਚੰਗੀਆਂ ਲੱਗੀਆਂ। ਆਪਾਂ ਫਿਰ ਕਹਿੰਦੇ ਹਾਂ ਕਿ ਹਲੇ ਕੁਝ ਦਿਨ ਦੇ ਮੁੱਖ ਮੰਤਰੀ ਹੈ, ਵੇਖੋ ਅੱਗੇ ਚੱਲ ਕੇ ਕਰਦੇ ਕੀ ਨੇ। ਤੇ ਅਗਲੀ ਜਿਹੜੀ ਖਬਰ ਹੈ, ਸੱਚਮੁੱਚ ਇੰਜ ਹੋਣਾ ਚਾਹੀਦਾ ਹੈ। ਕੋਈ ਸਾਡੇ ਸਿਸਟਮ ਦੇ ਵਿੱਚ VIP ਨਹੀਂ ਹੋਣਾ ਚਾਹੀਦਾ, ਕਿਸੇ ਨੂੰ VVIP ਟ੍ਰੀਟਮੈਂਟ ਨਹੀਂ ਮਿਲਣੀ ਚਾਹੀਦੀ। ਕੈਦੀ ਸਾਰੇ ਕੈਦੀ ਨੇ, ਹਵਾਲਾਤੀ ਹੈ ਤਾਂ ਸਾਰੇ ਹਵਾਲਾਤੀ ਨੇ, ਲਾਈਨ 'ਚ ਖੜੇ ਹੈ ਤਾਂ ਸਾਰੇ ਮਨੁੱਖ ਨੇ। ਬੀਤੇ ਦਿਨੀ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਗਏ ਸੀ ਜੇਲ੍ਹ ਮੰਤਰੀ ਹਰਜੋਤ ਬੈਂਸ। ਅਚਨਚੇਤੀ ਦੌਰਾ ਸੀ ਉਹਨਾਂ ਦਾ। ਅਚਨਚੇਤੀ ਦੌਰੇ ਤੋਂ ਅਗਲੇ ਦਿਨ ਹੀ ਖਬਰਾਂ ਆ ਗਈਆਂ ਕਿ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਉਹਨਾਂ ਦੀ ਥਾਂ ਤੇ ਸੁੱਚਾ ਸਿੰਘ ਨੂੰ ਲਗਾ ਦਿੱਤਾ ਹੈ। ਸ਼ਿਵਰਾਜ ਸਿੰਘ ਹੁਣ ਸੁੱਚਾ ਸਿੰਘ ਦੀ ਥਾਂ ਚੀਫ ਵੈਲਫੇਅਰ ਅਫਸਰ ਵਜੋਂ ਸੇਵਾਵਾਂ ਦੇਣਗੇ। ਦੱਸਣਾ ਬਣਦਾ ਹੈ ਕਿ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਇਸੇ ਜੇਲ੍ਹ ਵਿੱਚ ਬੰਦ ਨੇ। ਮਜੀਠੀਆ ਦੇ ਜਨਮਦਿਨ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜੇਲ੍ਹ ਵਿੱਚ ਮੁਲਾਕਾਤ ਕਰਨ ਵਾਸਤੇ ਗਏ। ਇਹ ਵੀ ਪਤਾ ਲੱਗਿਆ ਕਿ ਸੁੱਚਾ ਸਿੰਘ ਦੇ ਜੇਲ੍ਹ ਕੰਪਲੈਕਸ ਪਟਿਆਲਾ ਵਿਚਲੇ ਕੁਆਟਰ ਦੇ ਵਿੱਚ ਵੀ ਉਹ ਹੋ ਕੇ ਆਏ ਸੀ। ਹੁਣ ਪਟਿਆਲਾ ਜੇਲ੍ਹ ਦੇ ਵਿੱਚ ਮਜੀਠੀਆ ਬੰਦ ਹੈ। ਇਹ ਵੀ ਪਤਾ ਲੱਗਿਆ ਸੀ ਕਿ ਕਥਿਤ ਤੌਰ ਤੇ ਉਹਨਾਂ ਨੂੰ VIP ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਸ਼ਾਇਦ ਇਹ ਕਾਰਵਾਈ ਦਾ ਕਾਰਨ ਵੀ ਇਹੋ ਹੀ ਬਣਿਆ, ਕਿਉਂਕਿ ਜੇਲ੍ਹ ਨਿਯਮਾਂ ਦੇ ਅਨੁਸਾਰ ਹਫ਼ਤੇ ਵਿੱਚ ਕੈਦੀ ਦੀ 1 ਅਤੇ ਹਵਾਲਾਤੀ ਦੀਆਂ 2 ਮੁਲਾਕਾਤਾਂ ਕਰਵਾਈਆਂ ਜਾ ਸਕਦੀਆਂ ਨੇ। ਪਰ ਮਜੀਠੀਆ ਦੇ ਉੱਤੇ ਆ ਜੇਲ੍ਹ ਕਾਨੂੰਨ ਲਾਗੂ ਹੀ ਨਹੀਂ ਸੀ ਕੀਤਾ ਗਿਆ। ਜਿਹੜਾ ਆਵੇ ਜੀ ਆਇਆਂ ਨੂੰ, ਕਦੇ ਬੀਬੀ ਜਗੀਰ ਕੌਰ, ਕਦੇ ਡਾਕਟਰ ਚੀਮਾ, ਕਦੇ ਸੁਰਜੀਤ ਰੱਖੜਾ, ਕਦੇ ਕੋਈ ਮੁਲਾਕਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੋ ਗਿਆ ਸੀ। ਇਸੇ ਤਰ੍ਹਾਂ ਤੁਹਾਨੂੰ ਇਹ ਵੀ ਗੱਲ ਯਾਦ ਹੋਣੀ ਹੈ ਕਿ ਜਿਸ ਦਿਨ ਮੋਹਾਲੀ ਦੀ ਅਦਾਲਤ ਦੇ ਵਿੱਚੋਂ ਪੇਸ਼ੀ ਭੁਗਤਣ ਗਏ ਸੀ, ਇਨੋਵਾ ਕਾਰ 'ਚ ਬੈਠ ਕੇ ਗਏ। ਵਾਪਸ ਆਉਂਦੇ ਸਮੇਂ VIP ਫਿਰ ਸਹੂਲਤਾਂ ਮਿਲੀਆਂ। ਸਵਾ ਘੰਟੇ ਦਾ ਰਸਤਾ ਤਕਰੀਬਨ 5-5.5 ਘੰਟੇ ਵਿੱਚ ਤੈਅ ਕੀਤਾ। ਰਸਤੇ ਵਿੱਚ ਢਾਬੇ ਤੇ ਬੈਠ ਕੇ ਫੁਲਕੇ ਛਕੇ। ਸਾਥੀ ਅਕਾਲੀ ਆਗੂ ਵੀ ਸੱਦੇ, ਕੁਝ ਰਿਸ਼ਤੇਦਾਰ ਮਿੱਤਰ ਵੀ ਸੱਦ ਲਏ ਸੀ, ਮੇਲ ਮਿਲਾਪ ਕੀਤਾ ਸੀ। ਆਪਾਂ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਵਿਸਥਾਰ ਦੇ ਨਾਲ ਇਸ ਮਸਲੇ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕੀਤੀ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਦੋਂ ਅਚਨਚੇਤੀ ਦੌਰਾ ਕਰਨ ਦੇ ਵਾਸਤੇ ਜੇਲ੍ਹ ਮੰਤਰੀ ਪਟਿਆਲੇ ਦੀ ਇਸ ਕੇਂਦਰੀ ਜੇਲ੍ਹ ਵਿੱਚ ਪਹੁੰਚਦੇ, ਮੈਂ ਫਿਰ ਦੱਸਦੇ ਹਾਂ ਕਿ ਦੱਸ ਕੇ ਨਹੀਂ ਸੀ ਗਏ, ਅਚਨਚੇਤੀ ਛਾਪਾ ਮਾਰਿਆ ਸੀ। ਤੇ ਉਸ ਵਕਤ ਪੁੱਛਿਆ ਕਿ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਹੋਰੀ ਕਿੱਥੇ ਆ ਬਈ? ਅਮਲਾ ਕਹਿੰਦਾ ਜੀ ਉਹ ਦੁਪਹਿਰ ਦਾ ਖਾਣਾ ਖਾਣ ਗਏ ਹੋਏ ਨੇ। ਜੇਲ੍ਹ ਮੰਤਰੀ ਨੇ ਘੜੀ ਤੇ ਟਾਈਮ ਦੇਖਿਆ, ਉਹ ਕਹਿੰਦੇ ਦੁਪਹਿਰ ਤਾਂ ਹਾਲੇ ਹੋਇਆ ਵੀ ਨਹੀਂ, ਖਾਣੇ ਦਾ ਤਾਂ ਸਮਾਂ ਹੈ ਨਹੀਂ। ਫਿਰ ਉਹ ਖਾਣਾ ਖਾਣ ਕਿਵੇਂ ਚਲਾ ਗਿਆ? ਫਿਰ ਫੋਨ ਖੜਕਾਏ, ਦੱਸ ਦਿੱਤਾ ਹੋਣਾ ਕਿ ਆ ਜਾ ਭਾਈ, ਛਾਪਾ ਪੈ ਗਿਆ, ਚੋਰਾਂ ਨੂੰ ਮੋਰ ਪੈ ਗਏ। ਹੁਣ ਜੇਲ੍ਹ ਮੰਤਰੀ ਹਰਜੋਤ ਬੈਂਸ ਹੋਰਾਂ ਨੇ ਆਪਣੀ ਉਸ ਫੇਰੀ ਦੇ ਦੌਰਾਨ ਆਖਿਆ ਸੀ ਕਿ ਭਾਵੇਂ ਵਿਕਰਮ ਮਜੀਠੀਆ ਹੋਵੇ ਤੇ ਭਾਵੇਂ ਹੋਵੇ ਕੋਈ ਹੋਰ, ਇੱਕ ਕੈਦੀ ਨੂੰ ਕੈਦੀ ਵਾਂਗ ਰੱਖਿਆ ਜਾਵੇ, ਕਿਸ ਨੂੰ VIP ਸਹੂਲਤਾਂ ਨਾ ਦਿੱਤੀਆਂ ਜਾਣ। ਜੇਕਰ ਜੇਲ੍ਹ ਪ੍ਰਸ਼ਾਸਨ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਸਖਤ ਹੋਊ। ਆ ਕਰ ਵੀ ਦਿੱਤੀ ਹੈ। ਤੁਹਾਨੂੰ ਸ਼ਾਇਦ ਇਹ ਵੀ ਯਾਦ ਹੋਵੇ ਕਿ ਡਰੱਗ ਕੇਸ ਦਾ ਸਾਹਮਣਾ ਕਰ ਰਿਹਾ ਵਿਕਰਮ ਮਜੀਠੀਆ। ਜਿਹੜੀ ਸਿੱਟ ਪੁਰਾਣੀ ਸਰਕਾਰ ਨੇ ਬਣਾਈ ਸੀ, ਮਾਨ ਸਰਕਾਰ ਨੇ ਉਹ ਸਿੱਟ ਦੀ ਵੀ ਤਬਦੀਲੀ ਕਰ ਦਿੱਤੀ ਹੈ ਕਿ ਨਾ, ਇਹ ਨਹੀਂ ਭਾਈ, ਸਿੱਟ ਹੁਣ ਆ ਜਾਂਚ ਪੜਤਾਲ ਕਰੂਗੀ। ਮੰਨਿਆ ਜਾ ਰਿਹਾ ਹੈ ਕਿ ਮਾਨ ਸਰਕਾਰ ਮਜੀਠੀਆ ਦੇ ਇਸ ਕੇਸ ਨੂੰ ਜਲਦੀ ਸਿਰੇ ਲਾਉਣਾ ਚਾਹੁੰਦੀ ਹੈ। ਸ਼ਾਇਦ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ 2017 ਦੀਆਂ ਚੋਣਾਂ ਦੇ ਮੌਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਵੀ ਵਿਕਰਮ ਮਜੀਠੀਆ ਦੇ ਉੱਤੇ ਨਿਸ਼ਾਨੇ ਵਿੰਨ੍ਹਦੇ ਰਹੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਮੁਆਫੀ ਮੰਗਣੀ ਪਈ ਸੀ। ਪਰ ਦੂਸਰੇ ਪਾਸੇ ਅਕਾਲੀ ਆਗੂ ਨੇ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਜੇਕਰ ਵਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਕੁਝ ਹੋਇਆ ਤਾਂ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊ। ਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਜਦੋਂ ਹਰਜੋਤ ਬੈਂਸ ਜੇਲ੍ਹ ਮੰਤਰੀ ਜੇਲ੍ਹ ਦੇ ਵਿੱਚ ਦੌਰਾ ਕਰਨ ਵਾਸਤੇ ਗਏ ਤੇ ਉੱਥੇ ਵਿਕਰਮ ਮਜੀਠੀਆ ਵੀ ਉਸੇ ਜੇਲ੍ਹ ਵਿੱਚ ਬੰਦ ਨੇ। ਉਹ ਕਹਿੰਦੇ ਹਾਲ ਚਾਲ ਪੁੱਛੇ ਨਹੀਂ ਵਿਕਰਮ ਮਜੀਠੀਏ ਦਾ। ਇਹ ਅਫਸੋਸਨਾਕ ਹੈ। ਪਰ ਹੈਰਾਨੀ ਹੁੰਦੀ ਹੈ ਰੱਖੜਾ ਸਾਹਿਬ ਦੇ ਇਸ ਬਿਆਨ ਤੇ। ਉਹ ਜੇਲ੍ਹ ਦੇ ਵਿੱਚ ਬੰਦ ਹੈ, ਉਹ ਬਾਕੀ ਹਵਾਲਾਤੀਆਂ ਵਾਂਗੂ ਜਾਂ ਬਾਕੀ ਕੈਦੀਆਂ ਵਾਂਗੂ ਟ੍ਰੀਟਮੈਂਟ ਹੋਣੀ ਹੈ। ਇਹ ਗੱਲ ਦਾ ਤਾਂ ਪਹਿਲਾਂ ਜ਼ਿਕਰ ਆਪਾਂ ਕਰਕੇ ਹਟੇ ਹਾਂ। ਹੁਣ ਕੀ ਉਹ ਬਿਮਾਰ ਹੋ ਗਏ? ਉਹਨਾਂ ਦਾ ਇਕੱਲਿਆਂ ਦਾ ਹਾਲ ਚਾਲ ਕਿਉਂ ਪੁੱਛਿਆ ਜਾਵੇ? ਜਾਂ ਤਾਂ ਇਹ ਹੋਵੇ ਕਿ ਹਰਜੋਤ ਬੈਂਸ ਨੇ ਜਿੰਨੇ ਵੀ ਜੇਲ੍ਹ ਦੇ ਵਿੱਚ ਕੈਦੀ ਨੇ ਉਹਨਾਂ ਕੈਦੀਆਂ ਦਾ ਹਾਲ ਚਾਲ ਪੁੱਛਿਆ, ਇਕੱਲੇ ਮਜੀਠੀਆ ਨੂੰ ਛੱਡ ਦਿੱਤਾ। ਫਿਰ ਆਹ ਗੱਲ ਬਿਲਕੁਲ ਬਣਦੀ ਸੀ ਕਿ ਭਾਈ ਕੀ ਗੱਲ, ਇੱਧਰਲਿਆਂ ਦਾ ਹਾਲ ਪੁੱਛ ਲਿਆ, ਇੱਧਰਲਿਆਂ ਦਾ ਹਾਲ ਪੁੱਛ ਲਿਆ, ਵਿਚਕਾਰ ਬੈਠੇ ਸੀ ਵਿਕਰਮ ਮਜੀਠੀਆ, ਉਹਨਾਂ ਨੂੰ ਪੁੱਛਿਆ ਹੀ ਨਹੀਂ। ਮੈਨੂੰ ਲੱਗਦਾ ਕਿ ਰੱਖੜਾ ਸਾਹਿਬ ਤੇ ਬਾਕੀ ਆਗੂਆਂ ਨੂੰ ਵੀ ਹੁਣ ਮਹਿਸੂਸ ਕਰਨਾ ਪਊ
कि लोग बदलाव चाਹੁंदे सी, तुसीं भी उहनूं महसूस करो। पर सारिਆਂ ਨੂੰ ਹਾਲੇ भी ये गल्लां कई रड़कदियां ने। बीते दिनी पंजाब के मुख मंत्री भगवंत मान ने एक साबका विधायक ते उहनूं पेनशन इक्को मिलू, भावें वह 5 वारी विधायक रहा हो, भावें 10 वारी रहा हो। बहु गिणती विरोधी धिरां दे जिहड़े साबका विधायक जां मौजूदा विधायक ने, उन्होंने इस कदम को शलाघायोग दस्सिया कि ठीक है बई, जदों विधायक साबका हो जाता, भावें 5 वार का हो, भावें 1 वार का, ये गल सही है। पर कईयां दी मानसिकता का अंदाज़ा तुसीं हुण ला लोगे जदों मैं तुहानूं उन्हां दा दसना है। उन्हां वास्ते ये फैसला उन्हां दे गले तो हेठ नहीं उतर रहा। श्रोमणी अकाली दल संयुक्त के आगू अते 2 वार विधायक रहे साबका मंत्री जगदीश गर्चा, उन्होंने भगवंत मान होरां दे इस ऐलान नूं अणअधिकारत दस्सिआ। उन्होंने दावा किया कि संविधान की धारा 21 के अनुसार पेनशन एक मौलिक अधिकार है अते धारा 300A के अनुसार एक कमाई गई संपत्ति मनी गई है। इस तरह अकाली दल के 2 वार विधायक रहे दर्शन सिंह शिवालिक ने दलील दी है कि किसी भी विधायक के समाज के विच विचरण वेले होने वाला खर्च उसकी विधान सभा नुमाइंदगी समय सीधे अनुपात में होंदे ने। उन्होंने दावा किया है कि वह सियासी जीवन के दौरान लोगों की आओ भगत करते रहे, क्योंकि कार्ड बथेरे आ जाते, लोगों को शगन देंदे रहे। उन्होंने तो अपनी जायदाद का वड्डा हिस्सा वेचना पिया सी अते समाज दे विच विचरण के कारण समाज नूं देण दे कारण उन्हां दा वपार भी ठप होया सी। इस तरह कांग्रेस के साबका विधायक कुलदीप वैद ने भी आख्या सी कि यह फैसला ठीक नहीं, वो अपना परिवार किवें पालणगे। पर हुण की ये विधायक दस सकदे है कि तुहानूं कोई घरों कार्ड पा के सदन गया सी कि आ जाओ भाई तुसीं विधायक बन जाओ। ये पहलां भी पता होना चाहिए कि जदों तुसीं पब्लिक लाइफ दे विच आओगे, तुहानूं लोकां दी आओ भगत भी करनी पऊ, चाह पानी भी घर आइआं नूं पिलाउणा पऊ, क्योंकि ये तो पंजाबी सुभाਅ है। दूसरे पासे तुहानूं लोग अपने विआह ते, अपने भोग ते, अपने किसी होर प्रोग्राम विच भी सदणगे, उत्थे शगन भी देने पैणगे। पर जे शगन दिंदिआं भी हुण तुसीं कहिंदे हो कि शगन असीं दित्ते साडी तां जायदाद होएगी, कि तुसीं इस गल वास्ते तैयार हो कि जदों तुसीं विधायक नहीं सी बने उदों तुहाडी जायदाद किन्नी सी, एक टर्म 2 वार जां 3 वार जां 4 वार जिन्नी वारी कोई विधायक रहा उहदे तो बाद किन्नी फीसदी वधी, दस सकते हो? 58 साल पंजाब दे विच कोई सरकारी कर्मचारी काम करता है, फिर जाके उन्होंने पेनशन लगती है। तुसीं तां धन्नवाद करो जिन्हां ने कानून लिखे ने उन्हां दा कि 5 साल पहले तो बुले लुटो, अपनी जायदाद विच चोखा वाधा करो, चमदियां भी चलाओ, अपनिਆਂ ਨੂੰ नौकरियां ते भी रखाओ, तो फिर 5 साल काम करन तो बाद जां 5 साल विहले रहण तो बाद तुहाडी पेनशन पक्की 75,000 ते 150 रुपया। तो जे एक टर्म होर लग गई 50,000 होर जुड़ जाता है, एक टर्म होर लग गई 50,000 होर जुड़ जाता है, तो जे जहान तो चले जाण तो फिर 50% परिवार नूं लग जाती है। इस तरह की किहड़ी मूंगली मार ली भी तुसीं दरवाजियां ते लोकां दे जा के लेलड़ियां कढ़ दो कि सानूं विधायक बनाओ, सानूं संसद मैंबर बना दिओ। कि ये पैसे थोड़े है, इन्नी पेनशन थोड़ी है? ये भी तुहानूं पता है कि खजाना खाली है। हुण किसी नूं 3 लाख, किसी नूं 5 लाख, किसी नूं 2.25 लाख, शर्म तां नहीं मेरे ख्याल आउंदी होणी। इस फैसले का स्वागत चफेरियों कर रहे हैं लोग और विरोधी धिर दे आगू भी कर रहे हैं, पर आ जिहड़े बोल रहे हैं शायद अंदरों दुखी ने। हुण पंजाब दे खजाने नूं किन्ने क ढकार मारने आ तुसीं? मैं तुहानूं अपील करदा कि कमेंट बॉक्स में लिखियो जरूर कि जिहड़े आ बड़े औखे होए बैठे है कि इन्हां दे काम कुम बोले आ बई, जदों विधायक होंदे सचमुच कोई मार के दा काम कीता इन्हां ने, पर हुण कहंदे आ कि पेनशन जिहड़ी साडी घटाई गई है, ये सानूं गल चंगी नहीं लगी। हुण अगली खबर कांग्रेस पार्टी वास्ते है। पंजाब विधान सभा चोणां होईयां ने, पंजाब दे लोकां ने दरअसल एक पार्टी के हक में ज़्यादा वड्डा फतवा दिता है, वो है आम आदमी पार्टी। 117 चों 92 उन्हां दे हिस्से, कांग्रेस के हिस्से 117 दे विचों 18, अकालियां दे हिस्से 117 दे विचों 3, बहुजन समाज पार्टी के हिस्से 117 चों 1 अते भारतीय जनता पार्टी के हिस्से 117 दे विचों 2 अते आज़ाद के हिस्से 117 चों 1 हलका आया है। हुण करारी हार हो गई है। उहदे तो बाद नवजोत सिंह सिद्धू तो अस्तीफा भी लै लिया, पर नवजोत सिंह सिद्धू की थां ते हुण पंजाब कांग्रेस नूं नवां प्रधान मिल रहा है। पंजाब कांग्रेस के इंचार्ज हरीश चौधरी ने दस्सिया
कि प्रधानगी के अहुदे लई कौन होवे, उन्होंने सोनिया गांधी नूं वो नाम भेज दिते है। अगला फैसला वो कहते कांग्रेस हाईकमान ने करना है। नवजोत सिंह सिद्धू की थां ते दावेदार कौन ने? पता लग्या कि लुधियाना तो संसद मैंबर रवनीत बिट्टू, कादियां तो विधायक प्रताप सिंह बाजवा, साबका उप मुख्यमंत्री अते डेरा बाबा नानक तो विधायक सुखजिंदर सिंह सुखी रंधावा, गिद्दड़वाह तो विधायक अमरिंदर राजा वड़िंग पंजाब कांग्रेस की प्रधानगी के दावेदार दसे जा रहे हैं। ये नाल ही यह भी पता लग्या कि पंजाब कांग्रेस के साबका विधायक जिहड़े कहंदे सी मैं सरगर्म सियासत तो संन्यास ले लिया, सुनील जाखड़, कांग्रेस हाईकमान उन्हां उत्ते एक बार फिर दा खेड सकती है। इत्थे मैं तुहानूं ये भी दस दियां कि कांग्रेस की हार हुई है करारी, पर यदी जिम्मेवारी नवजोत सिंह सिद्धू हाले तक भी अपने सिर नहीं लै रहे, क्योंकि वह प्रधान सी। जिम्मेवारी तो इनकार इस करके कर रहे हैं, वो तर्क ये दे रहे हैं कि चोणां उन्हां दे नाम ते नहीं लड़ीਆਂ गईਆਂ। चोणां दे विच चरणजीत सिंह चन्नी नूं चेहरे वजों पेश किया गया सी। चरणजीत सिंह चन्नी की अगवाई दे विच चोण लड़ी गई सी, पर नवजोत सिंह सिद्धू अपना विधान सभा हलका जिहड़ा अमृतसर ईस्ट सी उहदे तों आम आदमी पार्टी की उम्मीदवार जीवनजोत कौर ते कोलों हार गए सी। इन्ना ही नहीं, पंजाब के तत्काली मुख्यमंत्री चरणजीत सिंह चन्नी श्री चमकौर साहब अते भदौड़ दोवें हलकिਆਂ तो वह भी हार गए सी। इस तो पहलां कि कांग्रेस हाईकमान किसी होर दे हत्थ विच पंजाब की कमान देवे, नवजोत सिंह सिद्धू ने कुछ साबका विधायकों अते कुछ हारे हुए कांग्रेस के उम्मीदवारों के नाल एक मीटिंग की। मीटिंग तो बाद एक ट्वीट किया कि पंजाब के हक सच की लड़ाई नेक नीयत अते ईमानदारी नाल वो लड़ते रहणगे। मीटिंग विच मौजूद अश्विनी शेखड़ी नूं जदों पुछया गया कि ये भाई मीटिंग काहते कीती है तुसीं, कि अपनी मसल पावर दिखाई है, वो कहते नहीं, पंजाब के लोगों की आवाज़ उठाउण दे वास्ते किवें उठाई जाए, एक चर्चा की है इस मीटिंग दे विच। मीटिंग दे विच कांग्रेसी विधायक सुखपाल खैरा भी सी, बलविंदर धालीवाल भी सन, ये नाल नाल अश्विनी शेखड़ी भी सी, राकेश पांडे भी सन, रुपिंदर रूबी भी सी, नाजर मानशाहीआ भी सन, महेंद्र केपी सी, सुनील दत्ती अते नवजोत सिंह सिद्धू के कई पुराने कांग्रेसी आगू भी सी। हुण कांग्रेस दे विच सिर्फ प्रधानगी नूं लैके इस वक्त कशमकश नहीं चल रही, विरोधी धिर दा लीडर किहनूं बनाया जाए, हाले तक हाईकमान इस मसले ते भी फैसला कर नहीं सकी। वेखदे हां कि की दोबारा नवजोत सिंह सिद्धू जां सुनील जाखड़ जां फिर किसी होर दी लॉटरी लगदी है, पर फैसले जल्दी करने पैणगे। जे फैसले जल्दी ना कीते तां उम्मीद है कि हाशिए वालों कांग्रेस इस वक्त जा रही है, तो हो सकता है कि 24 तो पहला इहदा हाल होर भी बुरा हो जाए। सो दोस्तों, कुल मिला के ये सी अपना अज दा प्रोग्राम। उम्मीद कर रहे हैं तुहानूं चंगा लग्या होना है। प्रोग्राम तुसीं पूरा देख लिया है। हुण जे चंगा लग्या कृपा करके लाइक ते शेयर कर दिओ, ते नाल ही जेकर हाले तक तुसीं अपने इस चैनल नूं सबसक्राइब नहीं कीता तां कृपा करके सबसक्राइब करके नोटिफिकेशन वाली घंटी जरूर ऑन कर लैनी। तुहाडे दिलों धन्नवादी होवांगे। समा समाप्त है। जाण तो पहलां कहांगा, जिंदगी जिंदा दिली दा नाम है। दविंदर सिंह बैनीपाल नूं आग्या दिओ। सत श्री अकाल। तेरा बराखा।